ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਆਪਾਂ ਅਸ਼ਟਪਦੀ 19ਵੀਂ ਤੇ ਪਦ 8ਵਾਂ ਵਿਚਾਰਨ ਜਾ ਰਹੇ ਹਾਂ। ਇਹ ਅਕਸਰ ਬੇਨਤੀ ਕਰਦੇ ਹਾਂ ਕਿ ਕੋਈ ਵੀ ਪ੍ਰਾਣੀ ਇੰਨਾ ਸਿਆਣਾ ਨਹੀਂ ਹੈ, ਇੰਨਾ ਅਕਲਮੰਦ ਨਹੀਂ ਹੈ ਜਿਹੜਾ ਗੁਰੂ ਦੀਆਂ ਰਮਜ਼ਾਂ ਨੂੰ ਪੂਰੀ ਤਰ੍ਹਾਂ ਸਮਝ ਸਕੇ। ਜਿੰਨੀ ਸੱਚੇ ਪਾਤਸ਼ਾਹ ਮਿਹਰ ਕਰਦੇ ਹਨ, ਓਨਾ ਪ੍ਰਾਣੀ ਬੋਲਦਾ ਹੈ, ਓਨਾ ਵਿਚਾਰ ਕਰਦਾ ਹੈ ਤੇ ਓਨਾ ਹੀ ਸੁਣਦਾ ਹੈ। ਸੱਚੇ ਪਾਤਸ਼ਾਹ ਦੀ ਰਹਿਮਤ ਨਾਲ ਹੀ ਪ੍ਰਾਣੀ ਚੱਲਦਾ ਹੈ। ਗੁਰੂ ਪਿਆਰਿਓ, ਸੁਖਮਣੀ ਸਾਹਿਬ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੀ ਰਚਨਾ। ਸੱਚੇ ਪਾਤਸ਼ਾਹ ਨੇ ਅਪਾਰ ਕਿਰਪਾ ਕੀਤੀ ਹੈ ਆਪਣੇ ਪਿਆਰੇ ਸਿੱਖਾਂ ਉੱਤੇ। 24 ਘੰਟੇ ਪਲ ਪਲ ਛਿਨ ਛਿਨ ਆਪਣਾ ਜੀਵਨ ਵਡਮੁੱਲਾ ਬਣਾਉਣ ਦੇ ਲਈ ਵਿਧੀ ਦੀ ਬਖਸ਼ਿਸ਼ ਕੀਤੀ ਹੈ। ਸਮੇਂ ਨੂੰ, ਚੱਲਣਹਾਰ ਨੂੰ ਅਚਲ ਦੇ ਨਾਲ ਜੋੜਿਆ ਹੈ। ਇੱਕ ਪਾਸੇ ਅਮਰ ਹੈ, ਦੂਜੇ ਪਾਸੇ ਚੱਲਣਹਾਰ ਹੈ, ਬਦਲਣਹਾਰ ਹੈ। ਸਮਾਂ ਵੀ ਬਦਲਦਾ ਹੈ, ਪ੍ਰਾਣੀ ਵੀ ਬਦਲਦਾ ਹੈ। ਸਮਾਂ ਵੀ ਮੁੱਕਦਾ ਹੈ, ਪ੍ਰਾਣੀ ਵੀ ਮੁੱਕਦਾ ਹੈ। ਦੋਨੇ ਹੀ ਮੁੱਕਣ ਵਾਲੇ ਹਨ। ਦੂਸਰੇ ਪਾਸੇ ਪ੍ਰਭੂ ਹੈ, ਅਕਾਲ ਪੁਰਖ ਹੈ, ਜਿਹੜਾ ਕਦੇ ਵੀ ਮੁੱਕਦਾ ਨਹੀਂ ਤੇ ਕਦੇ ਵੀ ਬਦਲਦਾ ਨਹੀਂ। ਅਚਲ ਹੈ, ਅਨਚੇਂਜਡ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਸਥਾਈ ਨੂੰ ਅਸਥਾਈ ਨੂੰ ਸਥਾਈ ਨਾਲ ਜੋੜਿਆ ਹੈ। ਜਿਹੜੀ ਵਿਧੀ ਸੱਚੇ ਪਾਤਸ਼ਾਹ ਨੇ ਬਖਸ਼ੀ ਹੈ ਕਿ ਪ੍ਰਾਣੀ ਹਮੇਸ਼ਾ ਛੋਟਾ, ਸੂਖਮ, ਵੱਡੇ ਅੱਗੇ ਅਰਜ਼ੋਈ ਕਰਦਾ ਹੈ। ਹਮੇਸ਼ਾ ਬੂੰਦ ਹੀ ਚੱਲ ਚੱਲ ਕੇ, ਰਿੜ ਰਿੜ ਕੇ ਪਾਣੀ ਦੇ ਵਿੱਚ ਸਮਾਉਂਦੀ ਹੈ। ਸਾਗਰ ਚੱਲ ਕੇ ਨਹੀਂ ਆਉਂਦਾ। ਬੂੰਦ ਪਾਣੀ ਨਾਲੋਂ, ਸਾਗਰ ਨਾਲੋਂ ਵਿਛੜੀ ਹੈ ਤੇ ਬੂੰਦ ਨੂੰ ਓਨੀ ਦੇਰ ਸ਼ਾਂਤੀ ਨਹੀਂ ਮਿਲਦੀ ਜਿੰਨੀ ਦੇਰ ਸਾਗਰ ਦੇ ਵਿੱਚ ਮਿਲ ਨਹੀਂ ਜਾਂਦੀ। ਬੇਸ਼ੱਕ ਉਹ ਸਾਗਰ ਦਾ ਹਿੱਸਾ ਹੀ ਹੈ, ਪਰ ਓਨੀ ਦੇਰ ਉਹਦਾ ਸੁਮੇਲ ਪੂਰਨ ਨਹੀਂ ਹੈ, ਉਹਦਾ ਜੀਵਨ ਅਧੂਰਾ ਹੈ ਜਿੰਨੀ ਦੇਰ ਸਮੋ ਨਹੀਂ ਜਾਂਦੀ ਆਪਣੇ ਪ੍ਰੀਤਮ ਪਿਆਰੇ ਦੀ ਬੁੱਕਲ ਦੇ ਵਿੱਚ। 24,000 ਅੱਖਰਾਂ ਦੀ ਵਰਤੋਂ ਕੀਤੀ ਹੈ ਸੱਚੇ ਪਾਤਸ਼ਾਹ ਨੇ। 24 ਅਸ਼ਟਪਦੀਆਂ ਹਨ। ਇੱਕ ਅਸ਼ਟਪਦੀ ਦੇ 8 ਭਾਗ ਹਨ, ਜਾਣੀ 8 ਪਦ ਹਨ। ਇੱਕ ਅਸ਼ਟਪਦੀ ਦੇ 1,000 ਅੱਖਰ ਹਨ। ਦੂਸਰੇ ਪਾਸੇ ਪ੍ਰਾਣੀ ਤੇ ਸਮਾਂ। ਸਮਾਂ ਦਿਨ ਰਾਤ 24 ਘੰਟੇ ਦਾ ਹੈ। ਹਰ ਘੰਟੇ ਦੇ ਵਿੱਚ ਆਮ ਇਨਸਾਨ ਨੂੰ 1,000 ਸਵਾਸ ਆਉਂਦੇ ਹਨ। 24 ਘੰਟਿਆਂ ਦੇ ਵਿੱਚ 24,000 ਸਵਾਸ। ਜੇ ਪ੍ਰਾਣੀ ਆਪਣੇ ਰੋਜ਼ ਨਾਮਚੇ ਨੂੰ ਬਦਲ ਲਵੇ, ਇਹ ਆਦਤ ਪਾ ਲਵੇ ਕਿ ਮੈਂ ਹਰ ਸਵਾਸ ਦੇ ਨਾਲ ਵਾਹਿਗੁਰੂ ਦਾ ਨਾਮ ਲੈਣਾ ਹੈ, ਉਹਦੀ ਸਿਫਤ ਸਲਾਹ ਕਰਨੀ ਹੈ, ਤਾਂ ਉਹਦਾ ਜੀਵਨ ਅਮਰ ਹੋ ਸਕਦਾ ਹੈ। ਜਿਉਂਦੇ ਜੀ ਸਰੀਰ ਦੇ ਵਿੱਚ ਰਹਿੰਦਾ ਹੋਇਆ, ਕੰਮ ਧੰਦਾ ਕਰਦਾ ਹੋਇਆ
ਗ੍ਰਹਿਸਤੀ ਪਰਿਵਾਰ ਪਾਲਦਾ ਹੋਇਆ ਪ੍ਰਭੂ ਦਾ ਰੂਪ ਬਣ ਸਕਦਾ ਹੈ। ਪ੍ਰਭੂ ਤੇ ਉਹਦੇ ਵਿੱਚ ਭਿੰਨਤਾ, ਜੁਦਾਈ ਹਮੇਸ਼ਾ ਦੇ ਲਈ ਖਤਮ ਹੋ ਸਕਦੀ ਹੈ। ਪਰ ਇਹ ਉਪਰਾਲਾ, ਇਹ ਮਸ਼ੱਕਤ ਉਹਨੂੰ ਘਾਲਣੀ ਹੀ ਪਵੇਗੀ। ਜਦੋਂ ਸਵਾਸ ਅੰਦਰ ਪ੍ਰਵੇਸ਼ ਹੁੰਦਾ ਹੈ, ਵਾਹਿਗੁਰੂ, ਜਦੋਂ ਬਾਹਰ ਨਿਕਲਦਾ ਹੈ, ਵਾਹਿਗੁਰੂ, ਪਹਿਲਾਂ ਪਹਿਲ ਉਹਨੂੰ ਇਹ ਆਪਣੀ ਕੋਸ਼ਿਸ਼ ਨਾਲ ਕਰਨਾ ਪਵੇਗਾ, ਪਰ ਬਾਅਦ ਦੇ ਵਿੱਚ ਆਪਣੇ ਆਪ ਹੀ ਹੋਣ ਲੱਗ ਜਾਵੇਗਾ। ਜਦੋਂ ਗੁਰੂ ਦੀ ਕਿਰਪਾ ਹੋ ਗਈ, ਅਕਾਲ ਦੀ ਮਿਹਰ ਹੋ ਗਈ, ਤਾਂ ਉਹ ਇਸ ਆਟੋ ਸਿਸਟਮ ਦੇ ਵਿੱਚ ਦਾਖਲ ਹੋ ਜਾਵੇਗਾ। ਉਹਦਾ ਸਰੀਰ ਆਪਣੇ ਆਪ ਵਾਹਿਗੁਰੂ ਜਪਣ ਲੱਗ ਜਾਵੇਗਾ। ਗੁਰੂ ਪਿਆਰਿਓ, ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਪ੍ਰਭੂ ਦੀ ਬਹੁਤ ਸਿਫਤ ਕੀਤੀ ਹੈ, ਬਹੁਤ ਹੀ ਸਲਾਹਿਆ ਹੈ, ਸ਼ੁਕਰਾਨਾ ਕੀਤਾ ਹੈ ਬੇਅੰਤ ਦਾ, ਜਿਹਦਾ ਪਸਾਰਾ ਗਿਣਿਆ ਨਹੀਂ ਜਾ ਸਕਦਾ। ਉਹਦੇ ਭਗਤ, ਉਹਦੇ ਪਿਆਰੇ, ਜਿਹੜੇ ਉਹਨੂੰ ਦਿਨ ਰਾਤ ਧਿਆਉਂਦੇ ਹਨ, ਜਿਹੜੇ ਉਹਨੂੰ ਪਾਉਂਦੇ ਹਨ, ਉਹਨਾਂ ਦਾ ਬਹੁਤ ਅਦਬ ਸਤਿਕਾਰ ਸੱਚੇ ਪਾਤਸ਼ਾਹ ਨੇ ਕੀਤਾ ਹੈ। ਇੱਥੋਂ ਤੱਕ ਪਿਆਰ ਦੇ ਨਾਲ ਪਾਤਸ਼ਾਹ ਨੇ ਉਹਨਾਂ ਦੀ ਚਰਨ ਧੂੜੀ ਮੰਗੀ ਹੈ ਕਿ ਕਾਸ਼ ਕਿ ਮੈਨੂੰ ਸੇਵਾ ਦਾ ਮੌਕਾ ਮਿਲ ਜਾਵੇ, ਮੈਂ ਉਹਨਾਂ ਭਗਤ ਜਨਾਂ ਉੱਤੋਂ ਕੁਰਬਾਨ ਹੋ ਜਾਵਾਂ। ਇੱਕ ਵਾਰ ਨਹੀਂ, ਹੋਈ ਹੀ ਜਾਵਾਂ, ਕੁਰਬਾਨ ਹੀ ਹੋਈ ਜਾਵਾਂ ਉਹਨਾਂ ਜਨਾਂ ਦੇ ਉੱਤੇ, ਉਹਨਾਂ ਸੇਵਕਾਂ ਦੇ ਉੱਤੇ ਜਿਨ੍ਹਾਂ ਨੇ ਉਹਨੂੰ ਪਾਇਆ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਨਿੰਦਕਾਂ ਦਾ ਜ਼ਿਕਰ ਵੀ ਕੀਤਾ ਹੈ, ਜਿਨ੍ਹਾਂ ਨੂੰ ਸੰਤ ਦੋਖੀ, ਸੰਤਾਂ ਨੂੰ ਨਿੰਦਣ ਵਾਲੇ, ਸੰਤ ਨਿੰਦਕ, ਸਾਧੂਆਂ ਦਾ ਬੁਰਾ ਮਨਾਉਣ ਵਾਲੇ, ਉਹ ਸਾਰੇ ਲੋਕ ਜਿਹੜੇ ਸਿਰਫ ਤੇ ਸਿਰਫ ਉਹਨਾਂ ਭਗਤਾਂ ਦੀ ਨਿੰਦਿਆ ਚੁਗਲੀ ਕਰਦੇ ਹਨ, ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਨਾ ਹੋਏ, ਕਦੇ ਹੋਏ ਹੀ ਨਹੀਂ, ਇਹ ਕਹਿ ਕੇ ਉਹਨਾਂ ਦਾ ਨਾਮ ਦਿੱਤਾ ਹੈ ਕਿ ਤੁਹਾਨੂੰ ਜੀਵਨ ਦੇ ਵਿੱਚ ਆਉਣ ਦਾ ਬੇਸ਼ੱਕ ਇਨਸਾਨ ਦੇ ਜਾਮੇ 'ਚ ਸਬੱਬ ਮਿਲ ਗਿਆ ਹੈ, ਪਰ ਤੁਸੀਂ ਆਪਣਾ ਆਪ ਸਾਰਾ ਬਰਬਾਦ ਕਰ ਦਿੱਤਾ ਹੈ। ਤੁਸੀਂ ਉਹਨਾਂ ਪਿਆਰਿਆਂ ਨੂੰ, ਉਹਨਾਂ ਭਗਤਾਂ ਨੂੰ, ਉਹਨਾਂ ਸੇਵਕਾਂ ਨੂੰ ਭੰਡਦੇ ਹੋ ਜਿਹੜੇ ਉਹਦਾ ਰੂਪ ਹੀ ਬਣ ਚੁੱਕੇ ਹਨ। ਉਹਦੇ ਤੇ ਉਹਨਾਂ ਵਿੱਚ ਕੋਈ ਭੇਦ ਨਹੀਂ ਰਿਹਾ। ਗੁਰੂ ਪਿਆਰਿਓ, ਧੰਨ ਧੰਨ ਗੁਰੂ ਅਰਜਨ ਦੇਵ ਜੀ ਮਿਹਰ ਕਰਦੇ ਹਨ 8ਵੇਂ ਪਦ ਦੇ ਵਿੱਚ, ਏਕੋ ਜਪ ਏਕੋ ਸਲਾਹ, ਏਕੋ ਸਿਮਰ ਏਕੋ ਮਨ ਆ। ਜਿੰਨੇ ਜ਼ਿਆਦਾ ਮਨ ਦੇ ਵਿੱਚ ਹਨ, ਉਹਦੇ ਨਾਲ ਪਿਆਰ ਘਟਦਾ ਹੈ, ਸ਼ਰਧਾ ਘਟਦੀ ਹੈ, ਕਿਉਂਕਿ ਹੈ ਹੀ ਇੱਕ, ਬਾਕੀ ਸਾਰੇ ਉਹਦਾ ਰੂਪ ਹੀ ਹਨ। ਟਾਹਣੀਆਂ ਪੱਤਿਆਂ ਤੋਂ ਕੀ ਲੈਣਾ ਹੈ ਜੇ ਬ੍ਰਿਛ ਦੀ ਪੂਜਾ ਹੀ ਕੀਤੀ ਜਾਵੇ? ਸਮੁੰਦਰ ਦੀਆਂ ਲਹਿਰਾਂ ਨਾਲ ਕੀ ਮਤਲਬ ਹੈ ਜਾਂ ਸਮੁੰਦਰ ਨੂੰ ਹੀ ਅਪਣਾ ਲਿਆ ਜਾਵੇ? ਏਕੋ ਜਪ ਏਕੋ ਸਲਾਹੇ,
ਏਕ ਸਿਮਰ ਏਕੋ ਮਨ ਆਹੇ, ਮਨ ਦੇ ਵਿੱਚ ਇੱਕੋ ਹੀ ਰਹੇ। ਇੱਕ ਦੀ ਉਹ ਸਿਫਤ ਸਲਾਹ ਹੋਵੇ, ਹਰ ਪਾਸੇ ਉਹੀ ਦਿਖੇ, ਹਰ ਕੋਈ ਉਹਦਾ ਰੂਪ ਹੀ ਲੱਗੇ, ਹਰ ਕਿਸੇ ਨੂੰ ਦੇਖ ਕੇ ਪਿਆਰ ਜਾਗੇ, ਹਰ ਕਿਸੇ ਦੀ ਸਹਾਇਤਾ ਕਰਨ ਨੂੰ ਦਿਲ ਕਰੇ, ਕਿਉਂਕਿ ਸਾਰੇ ਪਾਸੇ ਉਹੀ ਹੈ। ਉਹਦਾ ਹੀ ਧੰਨਵਾਦ, ਉਹਦਾ ਹੀ ਗੀਤ ਹਮੇਸ਼ਾ ਮਨ ਦੇ ਵਿੱਚ ਚੱਲਦਾ ਰਹੇ। ਮਨ ਉਹ ਤੋਂ ਬਿਨਾਂ ਕਿਸੇ ਨੂੰ ਜਾਣੇ ਹੀ ਨਾ। ਇੱਕੋ ਇੱਕ ਹਮੇਸ਼ਾ ਹਮੇਸ਼ਾ ਅੱਖਾਂ ਸਾਹਮਣੇ ਮਨ ਦੇ ਵਿੱਚ ਸਮਾਇਆ ਰਹੇ। ਉਹਦੀ ਭਗਤੀ, ਉਹਦੀ ਸਿਫਤ ਸਲਾਹ ਆਪਣੇ ਆਪ ਪਰਮੇਸ਼ਰ ਕਰਵਾਈ ਜਾਵੇ। ਇਨਸਾਨ ਦੇ ਵਿੱਚ ਕੋਈ ਸ਼ਕਤੀ ਨਹੀਂ ਹੈ, ਹੀਣਾ ਹੈ ਆਪਣੇ ਹੰਕਾਰ ਦੇ ਕਾਰਨ, ਆਪਣੀ ਮੈਂ ਦੇ ਕਾਰਨ ਲੰਗੜਾ ਹੈ, ਗੁਰੂ ਦੇ ਪੰਧ ਤੇ ਤੁਰ ਨਹੀਂ ਸਕਦਾ, ਸਿਰਫ ਸ਼ੇਖੀ ਮਾਰ ਸਕਦਾ ਹੈ, ਗੱਲਾਂ ਦੇ ਵਿੱਚ ਸਮਾਂ ਬਤੀਤ ਕਰ ਸਕਦਾ ਹੈ, ਪਰ ਗੱਲਾਂ ਨਾਲ ਪ੍ਰੀਤਮ ਨਹੀਂ ਮਿਲਦਾ। ਜਪਣ ਦੇ ਨਾਲ, ਸਮਰਪਣ ਦੇ ਨਾਲ, ਆਪਣੇ ਆਪ ਨੂੰ ਭੇਟ ਕਰਨ ਦੇ ਨਾਲ ਉਹਦੀ ਪ੍ਰਾਪਤੀ ਹੁੰਦੀ ਹੈ। ਮਨ ਉਹਨੂੰ ਦੇਣਾ ਪੈਂਦਾ ਹੈ। ਮਨ ਦੇ ਬੱਟੇ, ਤਨ ਦੇ ਬੱਟੇ ਪ੍ਰਭੂ ਪ੍ਰਾਪਤ ਹੋਣਾ ਬੜਾ ਸਸਤਾ ਸੌਦਾ ਹੈ। ਜੇ ਸਿਰ ਦੇ ਕੇ ਵੀ ਉਹ ਮਿਲ ਜਾਂਦਾ ਹੈ, ਹੋਰ ਕੀ ਚਾਹੀਦਾ ਹੈ। ਏਕ ਸਿਮਰ ਏਕੋ ਮਨ ਆਹੇ, ਏਕ ਕੇ ਗੁਣ ਗਾਉ ਅਨੰਤ। ਪ੍ਰਭੂ ਇੱਕੋ ਹੈ, ਪਰ ਉਹ ਫੈਲਿਆ ਬੇਸ਼ੁਮਾਰ ਰੂਪਾਂ ਦੇ ਵਿੱਚ ਉਹ ਫੈਲਿਆ ਹੋਇਆ ਹੈ। ਬੇਸ਼ੱਕ ਉਹ ਇੱਕ ਹੈ, ਉਹ ਹਰ ਪਾਸੇ ਵਿਆਪਕ ਹੈ, ਹਰ ਪਾਸੇ ਉਹਦਾ ਰੰਗ ਹੈ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਉਹ ਪ੍ਰੀਤਮ ਪਿਆਰਾ ਹਰ ਜ਼ਰੇ ਜ਼ਰੇ ਦੇ ਵਿੱਚ ਮੌਜੂਦ ਹੈ। ਹਰ ਪਾਸੇ ਉਹੀ ਹੈ, ਉਹ ਤੋਂ ਬਿਨਾਂ ਹੋਰ ਕੁਝ ਵੀ ਨਹੀਂ। ਪ੍ਰਾਣੀ, ਤੂੰ ਸਾਰਾ ਕੁਝ ਛੱਡ ਕੇ ਉਹਨੂੰ ਅਪਣਾ ਲੈ, ਆਪਣੇ ਆਪ ਨੂੰ ਕੁਰਬਾਨ ਕਰ ਦੇ ਉਹਦੇ ਉੱਤੋਂ, ਆਪਣੇ ਆਪ ਨੂੰ ਨਿਸ਼ਾਵਰ ਕਰ ਦੇ ਉਹਦੇ ਉੱਤੋਂ। ਉਹੀ ਤੇਰੀ ਮੁਕਤੀ ਕਰ ਸਕਦਾ ਹੈ, ਤੈਨੂੰ ਮੋਕਸ਼ ਦੇ ਦੁਆਰੇ ਲੈ ਕੇ ਜਾ ਸਕਦਾ ਹੈ। ਸੱਚੇ ਪਾਤਸ਼ਾਹ ਨੇ ਇੱਕ ਹੀ ਹੈ। ਜਦੋਂ ਦੂਸਰੇ ਦੀ ਸੋਚ ਆ ਗਈ ਤਾਂ ਸ਼ਰਧਾ ਵੱਡੀ ਗਈ। ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ ਕਿ ਦੂਸਰਾ ਉਹਦੇ ਮੁਕਾਬਲੇ 'ਚ ਕੋਈ ਹੈ ਹੀ ਨਹੀਂ। ਪ੍ਰਾਣੀ, ਤੂੰ ਉਹਨੂੰ ਕਿਸੇ ਦੇ ਨਾਲ ਕੰਪੇਅਰ ਵੀ ਨਹੀਂ ਕਰ ਸਕਦਾ, ਉਹਦੇ ਵਰਗਾ ਕੋਈ ਹੋਰ ਹੈ ਨਹੀਂ। ਆਮ ਤੌਰ 'ਤੇ ਦੁਨਿਆਵੀ ਜੀਵਨ ਦੇ ਵਿੱਚ ਦੇਖਿਆ ਗਿਆ ਹੈ ਕਿ ਪ੍ਰਾਣੀ ਹਰ ਕਿਸੇ ਦਾ ਸਤਿਕਾਰ ਕਰਦਾ ਹੈ, ਨਾਰਾਜ਼ ਨਹੀਂ ਕਰਨਾ ਚਾਹੁੰਦਾ, ਕਿਸੇ ਨੂੰ ਵੀ ਨਾਰਾਜ਼ ਨਹੀਂ ਕਰਨਾ ਚਾਹੁੰਦਾ, ਹਰ ਕਿਸੇ ਦਾ ਮਾਣ, ਹਰ ਕਿਸੇ ਦਾ ਸਤਿਕਾਰ ਕਰਨਾ ਚਾਹੁੰਦਾ ਹੈ। ਪਰ ਇਹ ਪ੍ਰਭੂ ਨੂੰ ਭਾਉਂਦਾ ਨਹੀਂ, ਕੱਚਾ ਸਿੱਧ ਹੁੰਦਾ ਹੈ। ਕੱਚੇ ਨੇ ਕਦੇ ਪਰਮੇਸ਼ਰ ਨੂੰ ਨਹੀਂ ਪਾਇਆ। ਕਹਿੰਦੇ ਕੱਚੇ, ਸੁਣਦੇ ਕੱਚੇ, ਕੱਚੀ ਆਖ ਬਖਾਣੀ। ਕੱਚਿਆਂ ਦਾ ਆਖਣਾ ਵੀ, ਕੱਚਿਆਂ ਦਾ ਕਹਿਣਾ ਵੀ, ਕੱਚਿਆਂ ਦਾ ਬੋਲਣਾ ਵੀ, ਸਭ ਕੁਝ ਕੱਚਾ ਹੈ।
ਪਰ ਪ੍ਰੀਤਮ ਦੀ ਸ਼ਰਧਾ, ਪ੍ਰੀਤਮ ਦੇ ਵਿੱਚ ਨਿਸ਼ਚਾ ਹੀ ਪ੍ਰਾਣੀ ਨੂੰ ਉਹਦੇ ਨਾਲ ਜੋੜਦਾ ਹੈ, ਪ੍ਰਾਣੀ ਨੂੰ ਉਹਦੇ ਨਾਲ ਸੁਮੇਲ ਕਰਦਾ ਹੈ। ਜਿੰਨੀ ਦੇਰ ਡਬਲ ਮਾਈਂਡ ਹੈ ਉਨੀ ਦੇਰ ਪ੍ਰੀਤਮ ਨਹੀਂ ਮਿਲਦਾ। ਪ੍ਰੀਤਮ ਮਿਲਣਾ ਹੀ ਉਦੋਂ ਹੈ ਜਦੋਂ ਆਪਣੇ ਆਪ ਨੂੰ ਮਿਟਾ ਲਿਆ, ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ, ਉਦੋਂ ਹੀ ਉਹ ਪ੍ਰਵੇਲ ਕਰਦਾ ਹੈ। ਦਰਅਸਲ ਮੈਂ ਹਉਮੈ ਪਰਮੇਸ਼ਰ ਦੇ ਤੇ ਪ੍ਰਾਣੀ ਦੇ ਵਿੱਚ ਇੱਕ ਦੀਵਾਰ ਹੈ। ਸੀਮੈਂਟ ਚੂਨੇ ਦੀਆਂ ਦੀਵਾਰਾਂ ਤੋਂ ਵੀ ਮਜ਼ਬੂਤ, ਜੇ ਉਹ ਟੁੱਟਦੀ ਹੈ ਤਾਂ ਭਗਤੀ ਦੀ ਸ਼ਕਤੀ ਦੇ ਨਾਲ ਟੁੱਟਦੀ ਹੈ, ਗੁਰੂ ਦੀ ਕਿਰਪਾ ਦੇ ਨਾਲ ਟੁੱਟਦੀ ਹੈ, ਸੱਚੇ ਪਾਤਸ਼ਾਹ ਦੀ ਮਿਹਰ ਦੇ ਨਾਲ ਟੁੱਟਦੀ ਹੈ। ਉਹਦੀ ਜਿੰਨੀ ਕਿਰਪਾ ਪ੍ਰਾਣੀ 'ਤੇ ਹੁੰਦੀ ਹੈ ਓਨੀ ਦੀਵਾਰ ਟੁੱਟਦੀ ਰਹਿੰਦੀ ਹੈ। ਸੱਚੇ ਪਾਤਸ਼ਾਹ ਦੀ ਮਿਹਰ ਦੇ ਨਾਲ ਜਿੰਨੀ ਵੀ ਟੁੱਟਦੀ ਹੈ ਓਨੀ ਹੀ ਪ੍ਰਾਣੀ ਉੱਤੇ ਕਿਰਪਾ ਹੁੰਦੀ ਹੈ ਅਪਾਰ। ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਮਿਹਰ ਕਰਦੇ ਹਨ ਕਿ ਪ੍ਰਾਣੀ ਇਹ ਕੰਧ ਢਾਉਣੀ ਤੇਰੇ ਵੱਸ ਦੀ ਗੱਲ ਨਹੀਂ ਹੈ। ਉਹਦੀ ਮਿਹਰ ਤੋਂ ਬਿਨਾਂ, ਉਹਨੂੰ ਸਿਮਰਨ ਤੋਂ ਬਿਨਾਂ, ਪਹਿਲਾਂ ਤਾਂ ਜਿਹੜੀ ਤੇਰੇ ਅੰਦਰ ਵੰਡ ਹੈ ਕਿ ਸਾਰੇ ਹੀ ਸਮਾਨ ਹਨ, ਕਿਸੇ ਦੀ ਨਿੰਦਿਆ ਵੀ ਨਹੀਂ ਕਰਨੀ, ਜੋ ਵੀ ਹੈ ਉਹਦੀ ਪਿਕਚਰ ਆਪਣੇ ਘਰ ਵਿੱਚ ਲਗਾ ਲਓ, ਹਰ ਇੱਕ ਨੂੰ ਹੀ ਪੂਜੀ ਜਾਓ ਅੰਧ ਵਿਸ਼ਵਾਸ ਦੇ ਨਾਲ। ਉਹਦਾ ਭਾਵ ਇਹ ਹੈ ਕਿ ਕਿਸੇ ਵੱਲ ਵੀ ਯਕੀਨ ਨਹੀਂ ਹੈ, ਕਿਸੇ ਵੱਲ ਵੀ ਆਪਣਾ ਮਨ ਨਹੀਂ ਦਿੱਤਾ, ਸ਼ੱਕ ਦੇ ਘੇਰੇ ਦੇ ਵਿੱਚ ਹੈ। ਇਸੇ ਕਰਕੇ ਪ੍ਰੀਤਮ ਪਿਆਰੇ ਕਹਿੰਦੇ ਹਨ, ਸਾਨੂੰ ਉਪਦੇਸ਼ ਦਿੰਦੇ ਹਨ, ਏਕ ਸਕੇ ਗੁਣ ਗਾਓ ਅਨੰਤ। ਉਹ ਅਨੰਤ ਹੈ, ਬਹੁਤ ਜ਼ਿਆਦਾ ਵਿਸਤਾਰ ਹੋਇਆ ਹੈ, ਇਨਫੀਨਾਈਟ ਹੈ। ਉਹਦੇ ਗੁਣ ਇੱਕ ਦੇ ਹੀ ਗਾਉਣੇ, ਬਾਕੀ ਸਾਰੇ ਉਹ ਤੋਂ ਹੀ ਬਣੇ ਹੋਏ ਹਨ। ਉਹਨੂੰ ਹੀ ਹਿਰਦੇ ਦੇ ਵਿੱਚ ਹਮੇਸ਼ਾ ਰੱਖਣਾ ਹੈ, ਹੋਰ ਕੁਝ ਹਿਰਦੇ ਦੇ ਵਿੱਚ ਜਾਣਾ ਹੀ ਨਹੀਂ ਚਾਹੀਦਾ। ਚਾਰੇ ਪਾਸੇ ਉਹੀ ਦਿਖੇ, ਉਹਦੇ ਹੀ ਗੀਤ ਗਾਏ ਜਾਣ, ਹਮੇਸ਼ਾ ਉਹਨੂੰ ਹੀ ਧਿਆਇਆ ਜਾਵੇ। ਮਨ ਤਨ ਜਾਪ ਏਕ ਭਗਵੰਤ, ਮਨ ਤੇ ਤਨ ਦੋਨੇ ਅਰਪਣ ਉਹਦੇ ਚਰਨਾਂ ਦੇ ਵਿੱਚ, ਸਰੀਰ ਵੀ ਮਨ ਵੀ ਭਾਗਾਂ ਵਾਲੇ ਸਾਈਂ ਦੇ ਅੱਗੇ, ਭਗਵੰਤ ਦੇ ਅੱਗੇ ਟੇਕ ਦਿੱਤਾ ਜਾਵੇ। ਉਹ ਪਿਆਰ ਕਰ ਲਵੇ ਤੇ ਮਿਸ਼ਨ ਪੂਰਾ ਹੋ ਗਿਆ। ਏਕੋ ਏਕ ਹਰ ਆਪ, ਪੂਰਨ ਪੂਰ ਰਹਿਓ ਪ੍ਰਭ ਵਿਆਪ। ਸੱਚੇ ਪਾਤਸ਼ਾਹ ਨੇ 3 ਵੇਰ ਵਰਤੋਂ ਕੀਤੀ ਹੈ ਏਕ ਦੀ, ਕਿ ਉਹ ਹੈ ਹੀ ਇੱਕ, ਦੁਵਿਧਾ ਦੇ ਵਿੱਚ ਨਹੀਂ ਹੈ, ਵੰਡ ਦੇ ਵਿੱਚ ਨਹੀਂ ਹੈ, ਉਹਦੀ ਕ੍ਰੀਏਸ਼ਨ ਭਿੰਨਤਾ ਦੇ ਵਿੱਚ ਹੈ। ਅਰਬਾਂ ਖਰਬਾਂ ਦੇ ਵਿੱਚ ਬੇਅੰਤ ਉਹਦੀ ਕ੍ਰੀਏਸ਼ਨ ਹੈ। ਇੰਨੀ ਕ੍ਰੀਏਸ਼ਨ ਕ੍ਰੀਏਟ ਕਰਕੇ ਵੀ ਉਹ ਇੱਕ ਹੀ ਹੈ। ਵਾਹਿਗੁਰੂ ਅਕਾਲ ਪੁਰਖ, ਜਿੰਨੇ ਵੀ ਤਮਾਮ ਨਾਮ ਹਨ, ਅੱਲਾ ਈਸ਼ਵਰ, ਗੋਡ ਲਾਰਡ, ਸਾਰੇ ਇੱਕੋ ਹੀ ਹਨ। ਇੱਕ ਸ਼ਕਤੀ ਦੇ ਨਾਲ ਹੀ ਉਹਨਾਂ ਨੇ ਤਪ ਤੇਜ ਦਿਖਾਇਆ ਹੈ। ਪਰਮਾਤਮਾ ਹੀ ਹਨ, ਜਿਹਨੇ ਪਰਮਾਤਮਾ ਦਾ ਸੁਨੇਹਾ ਦਿੱਤਾ ਹੈ ਔਰ ਪਰਮਾਤਮਾ ਦਾ ਰੂਪ ਹੀ ਬਣ ਗਿਆ।
ਉਹਦੇ ਵਿੱਚੋਂ ਹਉਮੈ ਮੁੱਕ ਗਈ, ਸ਼ਾਖ ਸ਼ਾਖ ਪ੍ਰੀਤਮ ਦਾ ਰੂਪ ਬਣ ਗਿਆ। ਏਕੋ ਏਕ ਏਕ ਹਰ ਆਪ, ਪਰਮੇਸ਼ਰ ਇੱਕ ਹੀ ਹੈ। ਉਹਦੀ ਰਚਨਾ ਬੇਅੰਤ ਹੈ। ਪੂਰਨ ਪੂਰ ਰਹਿਓ ਪ੍ਰਭ ਵਿਆਪ। ਵਿਆਪਕ ਸਾਈਂ ਹਰ ਥਾਂ ਨੂੰ ਪੂਰੀ ਤਰ੍ਹਾਂ ਭਰ ਰਿਹਾ ਹੈ, ਪੂਰ ਰਿਹਾ ਹੈ, ਕਿਉਂਕਿ ਉਹ ਆਪ ਪੂਰਨ ਹੈ। ਅਧੂਰਿਆਂ ਨੂੰ ਭਰ ਰਿਹਾ ਹੈ ਤਾਂ ਕਿ ਉਹ ਵੀ ਪੂਰਨ ਬਣ ਜਾਣ। ਹਰ ਤਰ੍ਹਾਂ ਆਪ ਵਿਆਪ ਰਿਹਾ ਹੈ, ਹਰ ਜਗ੍ਹਾ ਨੂੰ ਭਰ ਰਿਹਾ ਹੈ ਅਤੇ ਪਹਿਰਾ ਦੇ ਕੇ ਆਪ ਉੱਥੇ ਬਿਰਾਜਮਾਨ ਹੈ, ਉਜਾਗਰ ਹੈ, ਹਰ ਚੀਜ਼ ਨੂੰ ਆਪ ਤੱਕ ਰਿਹਾ ਹੈ। ਅਨੇਕ ਵਿਸਤਾਰ ਏਕ ਤੇ ਭੈ, ਏਕ ਅਰਾਧ ਪਰਾਸ਼ਤ ਗਏ। ਜਿਹੜੇ ਅਨੇਕ ਭਿੰਨ ਪ੍ਰਭੂ ਦੇ ਰੂਪ ਹਨ, ਸਮੁੰਦਰ ਦੇ ਵਿੱਚ, ਧਰਤੀ ਦੇ ਵਿੱਚ, ਆਕਾਸ਼ ਦੇ ਵਿੱਚ, ਗਿਣਤੀ ਤੋਂ ਬਾਹਰ ਇਨਸੈਕਟ, ਗਿਣਿਆ ਨਹੀਂ ਜਾ ਸਕਦਾ ਪਸ਼ੂ ਪੰਛੀਆਂ ਨੂੰ, ਪਾਣੀ ਦੇ ਜੀਵਾਂ ਨੂੰ, ਸਾਰੇ ਇੱਕ ਤੋਂ ਹੀ ਬਣੇ ਹਨ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਤਿੰਨ ਉਹਨੇ ਆਪਣੇ ਜਿਹੜੇ ਉਹਦੇ ਪ੍ਰਬੰਧ ਸੰਭਾਲਣ ਵਾਲੇ ਹਨ, ਉਹਦੇ ਐਂਬੈਸਡਰ ਹਨ, ਉਹ ਤਿੰਨ ਹਨ। ਇੱਕ ਪੈਦਾ ਕਰਦਾ ਹੈ, ਦੂਸਰਾ ਭਰਦਾ ਹੈ, ਤੀਸਰਾ ਮਕਾਉਂਦਾ ਹੈ। ਬ੍ਰਹਮਾ ਉਤਪਤੀ, ਵਿਸ਼ਨੂੰ ਪਾਲਣਹਾਰ ਅਤੇ ਵਿਨਾਸ਼ ਸ਼ਿਵ ਜੀ ਕਰਦਾ ਹੈ। ਉਹਨਾਂ ਦੇ ਵੀ ਅੱਗੇ ਵਿਸਤਾਰ ਹਨ। ਪ੍ਰਭੂ ਨੇ ਰਚਨਾ ਬਹੁਤ ਵੱਡੀ ਬਣਾਈ ਹੈ। ਜਿਹੜੀ ਰਚਨਾ ਨੂੰ ਬਣਾਉਣ ਅਤੇ ਪਾਲਣ ਅਤੇ ਖ਼ਤਮ ਕਰਨ ਦਾ ਜ਼ਿੰਮੇਵਾਰੀ ਆ, ਉਹ ਤਿੰਨ ਦੇਵਤਿਆਂ ਨੂੰ ਦਿੱਤੀ ਹੈ। ਇਹ ਇਤਿਹਾਸ ਹੈ, ਮਿਥਿਹਾਸ ਹੈ। ਵਿਗਿਆਨ ਨੇ ਵੀ ਇਹਦੇ ਉੱਤੇ ਮੋਹਰ ਲਾ ਦਿੱਤੀ ਹੈ। ਪੋਜ਼ੀਟ੍ਰੋਨ, ਇਲੈਕਟ੍ਰੋਨ, ਨਿਊਟਰੋਨ, ਕਿ ਜਿਹੜਾ ਸ਼ਕਤੀ ਦਾ ਐਟਮ ਹੈ ਉਹ ਤਿੰਨ ਹਿੱਸਿਆਂ ਦੇ ਵਿੱਚ ਟੁੱਟਦਾ ਹੈ। ਤਿੰਨ ਰੂਪ ਉਹਦੇ ਬਣ ਜਾਂਦੇ ਹਨ। ਧਾਰਮਿਕ ਤੌਰ 'ਤੇ ਅਧਿਆਤਮਿਕਤਾ ਦੇ ਵਿੱਚ ਇਹ ਤਿੰਨੇ ਦੇਵਤੇ ਹਨ ਜਿਹੜੇ ਸ੍ਰਿਸ਼ਟੀ ਨੂੰ ਚਲਾਉਂਦੇ ਹਨ। ਇਹਨਾਂ ਰਾਹੀਂ ਹੀ ਉਹ ਪੂਰਨ ਪੂਰ ਰਹਿਓ ਪ੍ਰਭ ਵਿਆਪ, ਉਹ ਸਾਰਿਆਂ ਦੇ ਵਿੱਚ ਵੱਸਦਾ ਹੋਇਆ ਖਾਲੀਆਂ ਨੂੰ ਭਰ ਰਿਹਾ ਹੈ। ਅਨੇਕ ਵਿਸਤਾਰ ਏਕ ਤੇ ਭੈ, ਇੱਕ ਪ੍ਰਭੂ ਤੋਂ ਸਾਰੇ ਖਿਲਾਰਾ ਪਿਆ ਹੋਇਆ ਹੈ, ਵਿਸਤਾਰ ਬਣਿਆ ਹੋਇਆ ਹੈ, ਬੇਅੰਤ ਹੈ, ਸਮਝ ਤੋਂ ਬਾਹਰ ਹੈ। ਮਨੁੱਖ ਦੇ ਕੋਲ ਉਹ ਸ਼ਬਦ ਨਹੀਂ ਹਨ ਜਿਹੜੇ ਇੱਥੇ ਢੁਕਦੇ ਹੋਣ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਖਿਮਾ ਮੰਗੀ ਹੈ ਅਕਾਲ ਪੁਰਖ ਤੋਂ ਕਿ ਜਿਹੜੇ ਅਸੀਂ ਸ਼ਬਦ ਵਰਤ ਰਹੇ ਹਾਂ ਉਹ ਵੀ ਕਾਫੀ ਨਹੀਂ ਹਨ ਤੇਰੀ ਉਸਤਤ ਦੇ ਲਈ। ਏਕ ਅਰਾਧ ਪਰਾਸ਼ਤ ਗਏ, ਜਿੰਨੇ ਤੈਂ ਪਾਪ ਕੀਤੇ ਹੈ, ਮਾੜੇ ਕੰਮ ਕੀਤੇ ਹਨ, ਲੋਕਾਂ ਨੂੰ ਧੋਖਾ ਦਿੱਤਾ ਹੈ, ਗਰੀਬਾਂ ਦਾ ਖੂਨ ਚੂਸਿਆ ਹੈ, ਕਮਜ਼ੋਰਾਂ ਨੂੰ ਦਰਕਾਰਿਆ ਹੈ, ਜਲੀਲ ਕੀਤਾ ਹੈ, ਸਾਰੇ ਦੇ ਸਾਰੇ ਤੇਰੇ ਅਪਰਾਧ ਮੁੱਕ ਜਾਣਗੇ, ਦੂਰ ਹੋ ਜਾਣਗੇ ਜੇ ਤੂੰ ਪ੍ਰਭੂ ਨੂੰ ਧਿਆ ਲਵੇਂ। ਉਸ ਪੂਰੇ ਨੂੰ ਹਮੇਸ਼ਾ ਹਮੇਸ਼ਾ ਲਈ ਅਪਣਾ ਲਵੇਂ।
ਮਨ ਤਨ ਅੰਤਰ ਏਕ ਪ੍ਰਭ ਰਾਤਾ। ਮਨ ਤੇ ਤਨ ਤੇਰਾ ਰੰਗਿਆ ਜਾਵੇ ਉਸ ਲਲਾਰੀ ਦੇ ਰੰਗ ਵਾਂਗੂ, ਮਜੀਠਾ ਰੰਗ ਜਿਹੜਾ ਮੁੜ ਕੇ ਉਤਰਦਾ ਹੀ ਨਹੀਂ, ਉਹ ਰੰਗ ਤੇਰੇ ਮਨ ਤੇ ਤਨ ਨੂੰ ਲੱਗ ਜਾਵੇ। ਰੰਗਿਆ ਹੋਇਆ ਪ੍ਰਭੂ ਦੇ ਨਾਮ ਦਾ, ਗੁਰੂ ਦੀ ਕਿਰਪਾ ਦੇ ਨਾਲ, ਉਹਦੀ ਮਿਹਰ ਦੇ ਨਾਲ, ਕਿਉਂਕਿ ਤੈਂ ਇੱਕ ਨੂੰ ਮੰਨ ਲਿਆ। ਹੁਣ ਪ੍ਰਭੂ ਨੇ ਤੇਰੇ ਉੱਤੇ ਬਖਸ਼ਿਸ਼ ਕਰ ਦਿੱਤੀ, ਤੇਰੇ ਉੱਤੇ ਮਿਹਰ ਕਰ ਦਿੱਤੀ। ਮਨ ਤਨ ਅੰਤਰ ਏਕ ਪ੍ਰਭ ਰਾਤਾ। ਮਨ ਤੇ ਤਨ ਅੰਦਰ ਸਾਰਾ ਇੱਕ ਪ੍ਰਭੂ ਦੇ ਰੰਗ ਦੇ ਨਾਲ ਰੰਗਿਆ ਗਿਆ। ਗੁਰ ਪ੍ਰਸਾਦ ਨਾਨਕ ਇੱਕ ਜਾਤਾ। ਕਿਉਂਕਿ ਗੁਰੂ ਦੀ ਕਿਰਪਾ ਦੇ ਨਾਲ, ਮਿਹਰ ਦੇ ਨਾਲ ਸਮਝ ਪੈ ਗਈ ਇੱਕ ਦੀ, ਵੱਖਰੇ ਵੱਖਰੇ ਦੀ ਨਹੀਂ, ਸਿਰਫ ਤੇ ਸਿਰਫ ਇੱਕ ਦੀ। ਇੱਕ ਨੇ ਕਿਰਪਾ ਧਾਰ ਦਿੱਤੀ, ਮਿਹਰ ਕਰ ਦਿੱਤੀ, ਉਹਨੇ ਅਪਣਾ ਲਿਆ ਗਰੀਬ ਨੂੰ। ਮਨ ਤਨ ਅੰਤਰ ਏਕ ਪ੍ਰਭ ਰਾਤਾ, ਗੁਰ ਪ੍ਰਸਾਦ ਨਾਨਕ ਇੱਕ ਜਾਤਾ। ਗੁਰੂ ਦੀ ਕਿਰਪਾ ਦੇ ਨਾਲ ਇੱਕ ਨੂੰ ਮੰਨਿਆ, ਇੱਕ ਨੇ ਲਾਜ ਰੱਖ ਲਈ, ਆਪਣਾ ਬਣਾ ਲਿਆ ਹਮੇਸ਼ਾ ਦੇ ਲਈ। ਗਰੀਬ ਦਾ ਮਾਣ ਰੱਖ ਲਿਆ, ਨਿਮਾਣੇ ਨੂੰ ਅਪਣਾ ਲਿਆ, ਤਾਣ ਦੇ ਦਿੱਤਾ, ਮਾਣ ਦੇ ਦਿੱਤਾ। ਗਰੀਬ ਨਵਾਜ ਨੇ ਮਿਹਰ ਕਰ ਦਿੱਤੀ। ਗੁਰੂ ਪਿਆਰਿਓ, ਇੱਕ ਵਾਰ ਆਪਾਂ ਇਸੇ ਪਦ ਨੂੰ ਅੰਗਰੇਜ਼ੀ ਦੇ ਵਿੱਚ ਵਿਚਾਰ ਲਈਏ। ਏਕੋ ਜਪ ਏਕੋ ਸਲਾਹ, ਏਕ ਸਿਮਰ ਏਕੋ ਮਨ ਆਹ। Repeat thou the name of the Lord and magnify him alone. Make your mind on one. ਇੱਕ ਓਂਕਾਰ ਸਤਨਾਮ, and give thanks to him for his blessing, for his mercy. Only one can protect you, and keep him in your mind all the time. Remember him. He can bless you. He is the only one can protect you. Ek ke gun gao anant. The one who spread in many, sing the song of him. He is the supreme. Anything you have, sacrifice. It is so cheap deal for you. Do not miss it. ਮਨ ਤਨ ਜਾਪ ਏਕ ਭਗਵੰਤ। With mind and body, think thou of the one fortunate Lord. Only one, no two, no three. Everything is in parity. Everything is in two. But your Father, your Lord, your God is only one. Eko ek ek har aap. God himself is the only one. Puran pur reho prabh vyap. The pervading Lord is fully filling every place. He is everywhere same time. He created so big creation, but he kept himself alone. Big, so big, everywhere, same time, in creation and in him. Anik bastar ek te pay. From the one Lord, there have been many expansions.
एक आराध पराशत गए. When you remember one, you meditate on one, all the sins are gone. The one you did knowingly or unknowingly, you give hard time Guru's lovers, all those sins are gone. Man tan antar ek prabh rata, gur prasad nanak ek jata. My soul and my body are imbued in one Lord. By Guru's favour, by Guru's grace, Nanak has known but one God. One God, with his grace, Nanak remembered only one. There is no second one. And he graced Nanak to remember one who stand with him all the time. ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਨੇ ਸੰਖੇਪ ਦੇ ਵਿੱਚ ਸਾਨੂੰ ਸਮਝਾਇਆ ਹੈ ਕਿ ਪ੍ਰਾਣੀ ਇੱਕੋ ਹੈ, ਜਿਹੜਾ ਦਿਸਦਾ ਨਹੀਂ ਹੈ, ਜਿਹਦਾ ਕੋਈ ਆਕਾਰ ਨਹੀਂ ਹੈ, ਸਕੈਚ ਨਹੀਂ ਹੈ, ਉਹ ਮਾਤਾ ਦੇ ਗਰਭ ਵਿੱਚ ਨਹੀਂ ਆਉਂਦਾ, ਉਹਦਾ ਕੋਈ ਦੁਸ਼ਮਣ ਨਹੀਂ ਹੈ, ਉਹ ਡਰ ਤੋਂ ਰਹਿਤ ਹੈ, ਸਮੇਂ ਦੀ ਉਹਨੂੰ ਕੋਈ ਲੋੜ ਨਹੀਂ ਹੈ, ਟਾਈਮਲੈਸ ਹੈ. ਤੂੰ ਉਹਨੂੰ ਮਨ ਦੇ ਵਿੱਚ ਬਿਠਾ ਲੈ, ਉਹਦੀ ਸਿਫਤ ਸਲਾਹ ਕਰ. ਉਹ ਮਹਿਸੂਸ ਕਰਨ ਵਾਲਾ ਹੈ, ਦੇਖਣ ਵਾਲਾ ਨਹੀਂ ਹੈ. ਬੇਸ਼ੱਕ ਤੇਰੀਆਂ ਅੱਖਾਂ ਪ੍ਰਾਣੀ ਤੱਕਦੀਆਂ ਹਨ, ਤੇਰੇ ਕੰਨ ਵੀ ਸੁਣਦੇ ਹਨ, ਤੇਰੀ ਜੀਭ ਬੋਲਦੀ ਹੈ, ਸਵਾਦ ਚੱਖਦੀ ਹੈ, ਪਰ ਇਹ ਤਿੰਨੇ ਅੰਗ ਪ੍ਰਭੂ ਨੇ ਬਣਾਏ ਹਨ ਬੇਸ਼ੁਮਾਰ, ਬੇਅੰਤ, ਪਰ ਉਹਨੂੰ ਇਹਨਾਂ ਤਿੰਨਾਂ ਅੰਗਾਂ ਦੀ ਲੋੜ ਨਹੀਂ ਹੈ. ਨਾ ਉਹਨੂੰ ਕੰਨ ਚਾਹੀਦੇ ਹਨ, ਬਿਨ ਕੰਨਾਂ ਤੋਂ ਸੁਣ ਸਕਦਾ ਹੈ, ਨਾ ਉਹਨੂੰ ਨੇਤਰ ਚਾਹੀਦੇ ਹਨ, ਬਿਨ ਅੱਖਾਂ ਤੋਂ ਦੇਖ ਸਕਦਾ ਹੈ, ਉਹਨੂੰ ਕੋਈ ਜੀਭ ਰਸਨਾ ਦੀ ਲੋੜ ਵੀ ਨਹੀਂ ਹੈ, ਉਹ ਖਾਂਦਾ ਵੀ ਨਹੀਂ ਕੁਛ, ਉਹ ਪਾਉਂਦਾ ਹੀ ਹੈ. ਦੁਨੀਆ ਦੇ ਭੋਜਨਾਂ ਦਾ ਟੇਸਟ, ਸਵਾਦ ਬਣਾਉਣ ਵਾਲਾ ਦਾਤਾ, ਹਰ ਸ਼ੈ ਨੂੰ ਜਾਣਦਾ ਹੋਇਆ, ਹਰ ਸਵਾਦ ਨੂੰ ਜਾਣਦਾ ਹੋਇਆ, ਜੀਭ ਤੋਂ ਬਿਨਾਂ, ਰਸਨਾ ਤੋਂ ਬਿਨਾਂ ਬੋਲਦਾ ਹੋਇਆ, ਸਵਾਦ ਚੱਖਣ ਵਾਲਾ ਦਾਤਾ, ਪ੍ਰੀਤਮ ਪਿਆਰੇ ਇੱਕੋ ਦੀ ਸਲਾਹ ਕਰ, ਸਿਫਤ ਕਰ. ਏਕ ਸਿਮਰ ਏਕੋ ਮਨ ਆਏ. ਦੂਜੇ ਦਾ ਸਵਾਲ ਇਹ ਪੈਦਾ ਨਹੀਂ ਹੁੰਦਾ ਪ੍ਰਾਣੀ. ਦੂਸਰੇ ਨੂੰ ਤੂੰ ਆਪਣੇ ਮਨ ਦੇ ਵਿੱਚ ਕਿਉਂ ਬਿਠਾਵੇਂਗਾ? ਤੇਰਾ ਡਬਲ ਸਟੈਂਡਰਡ ਕਿਉਂ ਹੋ ਜਾਵੇਗਾ ਜਦ ਤੇਰੇ ਉੱਤੇ ਇੱਕ ਦੀ ਬਖਸ਼ਿਸ਼ ਹੋ ਗਈ, ਇੱਕ ਦੀ ਕਿਰਪਾ ਅਪਾਰ ਹੋ ਗਈ, ਤੂੰ ਉਹਦਾ ਹੀ ਬਣ ਗਿਆ, ਤੈਨੂੰ ਲੋੜ ਵੀ ਨਹੀਂ ਰਹੀ, ਉਹਦਾ ਹੀ ਗੀਤ ਗਾ, ਉਹਨੂੰ ਹੀ ਆਪਣੇ ਮਨ ਦੇ ਵਿੱਚ ਰੱਖ. ਇੱਕ ਕਦਮ ਪੁੱਟ ਲੈ, 9 ਕਦਮ ਉਹਨੇ ਆਪ ਪੁੱਟ ਲੈਣੇ ਹਨ. ਤੂੰ ਬਗਾਨਾ ਨਹੀਂ ਹੈ. ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਤੂੰ ਇੱਕ ਉੱਤੇ ਭਰੋਸਾ ਕਰ ਲੈ ਪ੍ਰਾਣੀ, ਜਿਹੜਾ ਸਾਰਿਆਂ ਨੂੰ ਭਰ ਰਿਹਾ, ਜਿਹੜਾ ਵੀ ਕੋਈ ਖਾਲੀ ਹੈ ਉਹਨੂੰ ਵੀ ਭਰ ਰਿਹਾ, ਜਿਹੜਾ ਗੁਣਾਂ ਵਾਲਾ ਹੈ ਉਹਨੂੰ ਜ਼ਿਆਦਾ ਗੁਣ ਦੇ ਰਿਹਾ, ਹਰ ਕਿਸੇ ਦੀ ਲੋੜ ਨੂੰ ਪੂਰੀ ਕਰ ਰਿਹਾ,
ਤੇ ਉੱਥੇ ਵਿਆਪਕ ਹੈ, ਉੱਥੇ ਹਾਜ਼ਰ ਨਾਜ਼ਰ ਹੈ। ਇਕੱਲਾ ਭਰ ਹੀ ਨਹੀਂ ਰਿਹਾ। ਜਿਵੇਂ ਕੋਈ ਕੋਈ ਕਾਰੀਗਰ ਕੰਸਟਰਕਸ਼ਨ ਕਰਦਾ ਹੈ, ਉਸਾਰੀ ਕਰਦਾ ਹੈ ਤੇ ਆਪ ਹਾਜ਼ਰ ਰਹਿੰਦਾ ਹੈ ਕਿ ਕੋਈ ਵਿਘਨ ਨਾ ਪੈ ਜਾਵੇ, ਇਹ ਕੰਮ ਠੀਕ ਠਾਕ ਚੱਲਦਾ ਰਹੇ। ਉਸੇ ਤਰ੍ਹਾਂ ਪ੍ਰਭੂ ਹਰ ਥਾਂ ਦੇ ਉੱਤੇ ਹਾਜ਼ਰ ਨਾਜ਼ਰ ਹੈ, ਲੋੜ ਮੁਤਾਬਕ ਹਰ ਕਿਸੇ ਨੂੰ ਦੇ ਰਿਹਾ ਹੈ, ਭਰ ਰਿਹਾ ਹੈ। ਅਨੇਕ ਵਿਸਤਾਰ ਏਕ ਤੇ ਭੈ, ਉਹਦਾ ਜਿਹੜਾ ਅਨੇਕ ਰੂਪ ਹੈ, ਬੇਅੰਤ ਰੂਪ ਹੈ, ਜਿਹੜਾ ਉਹਦਾ ਵਿਰਾਟ ਰੂਪ ਹੈ, ਇਹ ਉਹਦੀ ਭਾਵਨਾ ਹੈ, ਉਹਦੀ ਇੱਛਾ ਹੈ। ਉਹ ਅਨੇਕ ਨੂੰ ਪਸੰਦ ਕਰਦਾ ਹੈ। ਤੂੰ ਉਹਨੂੰ ਇੱਕ ਨੂੰ ਹੀ ਧਿਆਉਣਾ ਹੈ। ਉਹਦੀ ਅਚਰਜ ਲੀਲਾ, ਉਹਦੀ ਬੇਸ਼ੁਮਾਰ ਰਚਨਾ, ਉਹਦੀ ਇੱਕ ਖੇਲ ਹੈ। ਤੂੰ ਆਪਣਾ ਪਿਆਰਿਆ ਮਨ ਤਨ ਉਹਨੂੰ ਸੌਂਪ ਦੇ। ਜਿੰਨੇ ਤੈਂ ਮਾੜੇ ਕੰਮ ਕੀਤੇ ਹਨ, ਪਾਪ ਕਮਾਏ ਹਨ, ਉਹ ਵਿਨਾਸ਼ ਹੋ ਜਾਣਗੇ। ਉਹਨਾਂ ਤੋਂ ਛੁਟਕਾਰਾ ਮਿਲ ਜਾਵੇਗਾ। ਤੂੰ ਮੁੜ ਕੇ ਪਵਿੱਤਰ ਹੋ ਜਾਵੇਗਾ, ਤੈਨੂੰ ਸ਼ੁੱਧਤਾ ਮਿਲ ਜਾਵੇਗੀ। ਪਰ ਇਹ ਸੰਭਵ ਤਦ ਹੀ ਹੈ ਜਦੋਂ ਤੂੰ ਮਤਵਾਲਾ ਹੋ ਜਾਵੇ, ਆਪਣੇ ਰਖਵਾਲੇ ਦਾ, ਉਹਦੇ ਰੰਗ ਦੇ ਵਿੱਚ ਆਪਣੇ ਆਪ ਨੂੰ ਰੰਗ ਲਵੇ। ਲੋਕ ਤੈਨੂੰ ਦੀਵਾਨਾ ਮਸਤਾਨਾ ਕਹਿਣ ਲੱਗ ਜਾਣ, ਬੌਰਾ ਕਹਿਣ ਲੱਗ ਜਾਣ, ਕਿਉਂਕਿ ਦੁਨੀਆ ਦੇ ਤੂੰ ਫਿੱਟ ਨਹੀਂ ਆਵੇਗਾ। ਜਦੋਂ ਰੰਗਿਆ ਗਿਆ ਉਸ ਰੰਗ ਦੇ ਵਿੱਚ, ਉਹਦੀ ਕਿਰਪਾ ਦੇ ਨਾਲ ਹੀ ਤੂੰ ਇੱਕ ਨੂੰ ਜਾਣ ਸਕਦਾ ਹੈ। ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਨਾਨਕ ਦੇਵ ਜੀ ਨੇ ਇੱਕ ਦੀ ਪਰਿਭਾਸ਼ਾ ਤੈਨੂੰ ਦਿੱਤੀ ਹੈ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਇੱਕ ਬਿਨਾਂ ਆਕਾਰ ਤੋਂ, ਬਿਨਾਂ ਕਿਸੇ ਰੂਪ, ਬਿਨਾਂ ਕਿਸੇ ਰੰਗ ਤੋਂ, ਹਰ ਪਾਸੇ ਹਾਜ਼ਰ ਨਾਜ਼ਰ ਪ੍ਰਭੂ। ਉਹਦਾ ਨਾਂ ਸੱਚਾ ਹੈ, ਉਹ ਕਰਨੇ ਵਾਲਾ ਹੈ, ਡੂਅਰ ਹੈ, ਉਹ ਮੇਲ ਹੈ, ਉਹ ਪੁਰਖ ਹੈ, ਡਰ ਤੋਂ ਰਹਿਤ ਹੈ, ਦੁਸ਼ਮਣ ਉਹਦਾ ਕੋਈ ਹੈ ਨਹੀਂ। ਅਜੂਨੀ ਦੇ ਵਿੱਚ ਆਉਂਦਾ ਨਹੀਂ, ਮਾਤਾ ਦੇ ਗਰਭ ਦੇ ਵਿੱਚ ਨਹੀਂ ਆਉਂਦਾ। ਮਾਤਾ ਦੇ ਗਰਭ ਦੇ ਵਿੱਚ ਆਪਣੀ ਕ੍ਰੀਏਸ਼ਨ ਨੂੰ ਭੇਜਦਾ ਹੈ, ਉਤਪਤੀ ਕਰਦਾ ਹੈ, ਹਮੇਸ਼ਾ ਰਹਿਣ ਵਾਲਾ ਹੈ। ਉਹ ਮਰਦਾ ਨਹੀਂ, ਹਮੇਸ਼ਾ ਆਦ ਜਗਾਦ ਤੋਂ ਭਵਿੱਖ ਦੇ ਵਿੱਚ ਉਹੀ ਇੱਕੋ ਇੱਕ ਰਹੇਗਾ। ਜੂਨੀਆਂ ਤੋਂ ਬਾਹਰ ਹੈ, ਪਰ ਉਹ ਮਿਲਦਾ ਉਹਦੀ ਕਿਰਪਾ ਦੇ ਨਾਲ ਹੀ ਹੈ। ਪ੍ਰਾਣੀ ਦੇ ਸੰਘਰਸ਼ ਨਾਲ ਨਹੀਂ ਮਿਲਦਾ। ਪ੍ਰਾਣੀ ਆਪਣੀ ਮਿਹਨਤ ਕਰਦਾ ਰਹੇ, ਉਹਦਾ ਸੰਘਰਸ਼ ਕਰਦਾ ਰਹੇ, ਉਹਦੇ ਗੁਣ ਗਾਉਂਦਾ ਰਹੇ, ਫਿਰ ਉਹ ਕਿਰਪਾ ਧਾਰਦਾ ਹੈ, ਟੁੱਟ ਜਾਂਦਾ ਹੈ, ਆਪਣੇ
ਪਿਆਰੇ ਨੂੰ ਆਪਣੇ ਵਿੱਚ ਸਮੋ ਲੈਂਦਾ ਹੈ, ਸਮਝਾ ਦਿੰਦਾ ਹੈ ਆਪਣੇ ਪਿਆਰ ਕਰਨ ਵਾਲੇ ਨੂੰ ਕਿ ਇੱਕੋ ਇੱਕ ਜਿਹੜਾ ਤੈਨੂੰ ਪ੍ਰਾਪਤ ਹੋ ਗਿਆ, ਮੇਰਾ ਬਦਲ ਹੋਰ ਕੋਈ ਨਹੀਂ ਹੈ। ਤੈਂ ਉਹਨੂੰ ਪਾ ਲਿਆ ਹੈ, ਤੈਂ ਬਿਨਾਂ ਸਵਾਰਥ ਤੋਂ, ਬਿਨਾਂ ਲਾਲਚ ਤੋਂ ਉਹਦਾ ਧੰਨਵਾਦ ਕੀਤਾ ਹੈ, ਉਹਦਾ ਸ਼ੁਕਰਾਨਾ ਕੀਤਾ ਹੈ, ਮਨ ਦੇ ਵਿੱਚ ਟਿਕਾਇਆ ਹੈ ਅਤੇ ਉਹਦੇ ਗੁਣ ਗਾਏ ਹਨ, ਉਹਦੀ ਲੀਲਾ ਦੀ ਸ਼ਲਾਘਾ ਕੀਤੀ ਹੈ, ਉਹਦੇ ਪੁਰਖ ਹੋਣ ਦੀ ਉਸਤਤ ਕੀਤੀ ਹੈ। ਉਸ ਭਾਗਾਂ ਵਾਲੇ ਨੇ ਤੈਨੂੰ ਮਾਣ ਸਤਿਕਾਰ ਦੇ ਦਿੱਤਾ, ਹਰੀ ਨੇ ਆਪ ਤੈਨੂੰ ਬਖਸ਼ ਦਿੱਤਾ, ਜਿਹੜਾ ਸਾਰਿਆਂ ਦੇ ਵਿੱਚ ਇੱਕੋ ਸਮੇਂ ਵਿਆਪਕ ਹੈ। ਬੇਅੰਤ ਰਚਨਾ ਉਦੋਂ ਤੋਂ ਹੀ ਹੋਈ ਹੈ। ਤੇਰੇ ਪਾਪ ਮੁੱਕ ਗਏ ਕਿਉਂਕਿ ਤੈਂ ਉਹਨੂੰ ਧਿਆਇਆ ਹੈ, ਧਿਆ ਕੇ ਪਾਇਆ ਹੈ, ਉਹਦੇ ਰੰਗ ਦੇ ਵਿੱਚ ਰੰਗਿਆ ਗਿਆ, ਉਹਦਾ ਪਿਆਰਾ ਬਣ ਗਿਆ, ਉਹਦਾ ਦੁਲਾਰਾ ਬਣ ਗਿਆ। ਗੁਰ ਪ੍ਰਸਾਦ ਨਾਨਕ ਇੱਕ ਜਾਤਾ। ਉਹਦੀ ਹੀ ਕਿਰਪਾ ਦੇ ਨਾਲ ਤੈਨੂੰ ਸਮਝ ਪੈ ਗਈ ਕਿ ਉਹ ਇੱਕ ਹੈ, ਇੱਕ ਓਂਕਾਰ ਸਤਿਨਾਮ ਹੈ। ਉਹੀ ਸਾਰੀ ਸ੍ਰਿਸ਼ਟੀ ਦਾ ਕਰਤਾ ਧਰਤਾ ਹੈ, ਰਚਣਹਾਰ ਹੈ, ਅਨੰਤ ਹੈ, ਬੇਅੰਤ ਹੈ। ਗੁਰੂ ਪਿਆਰਿਓ, ਅੱਜ ਇੰਨਾ ਹੀ। ਸੱਚੇ ਪਾਤਸ਼ਾਹ ਮਿਹਰ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।